ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਗਿਆਨੀ ਸਵਰਨ ਸਿੰਘ ਜੀ ਨਾਲ, ਜਿਹੜੇ ਕਿ ਪਿਛਲੇ ਹਫਤੇ ਸਾਡੇ ਕੋਲ ਇੱਥੇ ਆਏ ਸਨ ਤੇ ਇਹਨਾਂ ਨੇ ਗੱਲਬਾਤ ਕੀਤੀ ਸੀ ਰੋਲ ਆਫ ਰਿਲੀਜਨ ਇਨ ਆਰ ਡੇਲੀ ਲਾਈਫ, ਕਿ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਧਾਰਮਿਕ ਜਿਹੜੀਆਂ ਰੀਤੀਆਂ ਨੇ, ਰਿਵਾਜ਼ਾਂ ਵਿੱਚ ਹੀ ਸਿਰਫ ਫਸਿਆ ਨਹੀਂ ਰਹਿਣਾ, ਲੇਕਿਨ ਧਰਮ ਦੇ ਜੋ ਮੂਲ ਸਿਧਾਂਤ ਨੇ ਉਹਨਾਂ ਨਾਲ ਜੁੜ ਕੇ ਰੋਜ਼ਮਰਾ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ। आओ अगे गलबात करते हैं जो पिछले हफ्ते से गलबात की सी कि यह ओवरऑल डिवेलपमेंट ऑफ योर करैक्टर जो है यही धर्म है। धर्म कोई सिर्फ रिचुअल्स ही नहीं, इट्स अ वे ऑफ लाइफ। ਅਤੇ ਗੁਰੂ ਗ੍ਰੰਥ ਸਾਹਿਬ ਇੱਕ ਸਾਡੇ ਕੋਲ ਮੈਨੂਅਲ ਹੈ ਜਿਸ ਨੂੰ ਕਿ ਪੜ੍ਹ ਕੇ ਸਮਝ ਕੇ ਇੰਟਰਨਲਾਈਜ਼ ਕਰਕੇ ਅਸੀਂ ਇੱਕ ਚੰਗਾ ਜੀਵਨ ਬਤੀਤ ਕਰ ਸਕਨੇ ਹਾਂ। ਸਵਾਗਤ ਕਰਦੇ ਹਾਂ ਗਿਆਨੀ ਸਵਰਨ ਸਿੰਘ ਜੀ ਦਾ। ਜੀ ਐਵੇਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਜਿਸ ਤਰ੍ਹਾਂ ਪਿਛਲੀ ਵਾਰ ਆਪ ਜੀ ਨੇ ਗੱਲਬਾਤ ਕੀਤੀ ਸੀ ਕਿ ਇੱਕ ਚੰਗਾ ਜੀਵਨ ਬਤੀਤ ਕਰਨ ਵਾਸਤੇ ਗੁਰੂ ਦੇ ਉਸ ਸਿਧਾਂਤ ਨਾਲ ਜੁੜਨਾ ਪਏਗਾ ਕਿ ਧਰਮ ਇੱਕ ਸਿਰਫ ਰਿਚੁਅਲਸ ਹੀ ਨਹੀਂ ਹੈਗੇ, ਇਹਨਾਂ ਨੂੰ ਅਸੀਂ ਰੋਜ਼ਮਰਾ ਜ਼ਿੰਦਗੀ ਵਿੱਚ ਇਹਨਾਂ ਨੂੰ ਅਡਾਪਟ ਕਰਨਾ ਪਏਗਾ। ਸੋ ਹੋਰ ਕਿਹੜੇ ਪੁਆਇੰਟਸ ਨੇ ਜੀ? ਹਾਂਜੀ, ਅਸੀਂ ਪਹਿਲਾਂ ਦੇਖਣਾ ਕਿ ਜਿਹੜੇ ਕਰਮ ਕਾਂਡ ਹੈ ਨਾ, ਇਹ ਭ੍ਰਿਸ਼ਟਾਚਾਰ ਬਹੁਤ ਪੈਦਾ ਕਰਦੇ ਆ, ਕਿਉਂਕਿ ਲੋਕਾਂ ਨੂੰ ਧੋਖਾ ਦਿੰਦੇ ਆ ਤੇ ਉਹਨਾਂ ਦੇ ਧਰਮ ਦੇ ਜਿਹੜੇ ਠੇਕੇਦਾਰ, ਉਹਨਾਂ ਦੀ ਬਿਜ਼ਨਸ ਬੜੀ ਵਧੀਆ ਚੱਲਦੀ ਹੈਗੀ ਆ, ਉਹ ਡਰ ਪਾ ਕੇ ਤੇ ਇੱਕ ਸੌਖਾ ਸੋਲੂਸ਼ਨ ਲੋਕਾਂ ਨੂੰ ਦੱਸ ਕੇ ਤੇ ਉਹਦਾ ਉਹ ਆਪਣਾ ਬਿਜ਼ਨਸ ਕਰਦੇ ਆ। ਜਿਸ ਤਰ੍ਹਾਂ ਰੀਸੈਂਟਲੀ ਹੁਣ ਕੁੰਭ ਦਾ ਮੇਲਾ ਹੋਇਆ, ਕੁੰਭ ਦੇ ਮੇਲੇ ਦੇ ਵਿੱਚ ਉਹਨਾਂ ਨੇ ਕਿਹਾ ਜਿਹੜਾ ਹਰ ਗੰਗਾ ਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹਦੇ ਪਾਪ ਧੋਤੇ ਜਾਣਗੇ। ਹੁਣ ਦੇਖੋ ਇਹ ਕਿੰਨਾ ਇਹ ਕਰਪਟ ਸਿਸਟਮ ਹੈਗਾ, ਲੇਕਿਨ ਲੋਕੀ ਅੰਧੇਵਾਹ ਅਗਿਆਨਤਾ ਦੇ ਵਸ ਆ ਕੇ ਮੰਨੀ ਜਾਂਦੇ ਆ। ਤਾਂ ਲੇਕਿਨ ਗੁਰਬਾਣੀ ਵਿੱਚ ਲਿਖਿਆ, ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਕਿ ਪੰਜਾਂ ਦੇ ਵਸ ਹੋ ਕੇ ਪਾਪ ਕੀਤੇ ਆ, ਕਿਸ ਤਰ੍ਹਾਂ ਤੀਰਥ ਨਹਾ ਕੇ ਸਾਫ ਹੋ ਸਕਦੇ? ਤਾਂ ਅਨਹੋਣੀ ਜੀ ਗੱਲ ਆ ਜੀ। ਅੱਛਾ, ਲੇਕਿਨ ਜਿਨ੍ਹਾਂ ਨੇ ਹਲਵਾ ਮਾਂਡਾ ਬਣਾਉਣਾ ਕਰਦੇ ਨੇ ਤੇ ਇਹ ਇਸ ਤਰ੍ਹਾਂ ਦਾ ਬਿਜ਼ਨਸ ਕੱਲਾ, ਉਹ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਕੁੰਭ ਵਾਲਿਆਂ ਦੀ, ਸਾਰੇ ਧਰਮਾਂ ਵਿੱਚ ਹੁੰਦਾ। ਸਾਡੇ ਵੀ ਆਮ ਤੌਰ ਤੇ ਤਾਂ ਅਪਾਰ ਉਤਾਰਾ ਅੱਗੇ ਭੇਜਦੇ ਆ, ਔਰ ਅੱਗੇ ਇਸ ਤਰ੍ਹਾਂ ਭੇਜਦੇ ਆ ਕਿ ਕਈ ਦਫਾ ਬੜਾ ਹਾਸਾ ਵੀ ਹੁੰਦਾ ਔਰ ਫਿਕਰ ਵੀ ਹੋ ਜਾਂਦਾ ਹੈ ਨਾ। ਤੇ ਅਸਲੀ ਗੱਲ ਜਿਹੜੀ ਹੈ ਧਰਮ ਦੀ, ਉਹ ਲੋਕਾਂ ਤੱਕ ਨਹੀਂ ਪਹੁੰਚਾਈ ਜਾਂਦੀ, ਕਿਉਂਕਿ ਕੋਸ਼ਿਸ਼ ਕਰਦੇ ਨੇ ਕਿ ਲੋਕੀ ਸਾਡੇ ਤੇ ਡਿਪੈਂਡ ਕਰਨ, ਸਦਾ ਹੀ ਸਾਨੂੰ ਪੁੱਛਣ ਵੀ ਦੱਸੋ ਕਿੱਦਾਂ ਕਰੀਏ। ਲੇਕਿਨ ਗੁਰੂ ਸਾਹਿਬ ਨੇ ਤਾਂ ਆਜ਼ਾਦ ਕੀਤਾ ਸਾਨੂੰ, ਤੇ ਆਜ਼ਾਦ ਜਦੋਂ ਤੱਕ ਤੁਸੀਂ ਨਹੀਂ ਹੁੰਦੇ, ਤੁਹਾਡੀ ਆਜ਼ਾਦ ਸੋਚਣੀ ਨਹੀਂ ਹੁੰਦੀ, ਉਤਨੀ ਦੇਰ ਤੱਕ ਤੁਸੀਂ ਧਰਮ ਦੇ ਸੋਚ ਨੂੰ ਅਪਣਾ ਨਹੀਂ ਸਕੋਗੇ। ਤੇ ਇਸ ਕਰਕੇ ਜਿਹੜਾ ਪਹਿਲਾ ਸੀ ਪੱਖ ਆਪਣੇ ਸਿਹਤ ਬਾਰੇ, ਹੁਣ ਦੂਜਾ ਪੱਖ ਹੈਗਾ ਖੁਰਾਕ ਬਾਰੇ। 80% ਅਸੀਂ ਪੈਸਾ ਜਿਹੜਾ ਹੈਗਾ ਖਰਚ ਕਰਦੇ ਹਾਂ ਖੁਰਾਕ ਦੇ ਉੱਤੇ, ਔਰ ਖੁਰਾਕ ਕਰਕੇ ਮਨੁੱਖ ਭੱਜਾ ਫਿਰਦਾ ਥਾਂ ਥਾਂ ਦੇ ਉੱਤੇ। ਤੇ ਹੁਣ ਇਸ ਖੁਰਾਕ ਦੀ ਜ਼ਰੂਰਤ ਨੂੰ ਪੂਰੀ ਕਰਨ ਲਈ, ਸਰਵਾਈਵ ਕਰਨ ਲਈ, ਸਾਨੂੰ ਧਰਮ ਜਿਹੜਾ ਉਹ ਕੀ ਸਾਡੇ ਤੇ, ਸਾਨੂੰ ਕੀ ਉਹਦਾ ਰੋਲ ਹੈ, ਧਰਮ ਸਾਨੂੰ ਕੀ ਸਹਾਇਤਾ ਕਰਦਾ? ਦੇਖੋ, ਪਹਿਲੀ ਤਾਂ ਗੱਲ ਆ ਕਿ ਸਾਰੀਆਂ ਭੁੱਖਾਂ ਜਿਹੜੀਆਂ ਮਨੁੱਖ ਦੀਆਂ ਸਰੀਰਕ ਤੇ ਮਾਨਸਿਕ, ਉਹਦੀਆਂ ਪੂਰੀਆਂ ਕਰਨ ਵਾਲੀ ਸਭ ਤੋਂ ਵੱਡਾ ਸੋਰਸ ਤੇ ਅਕਾਲ ਪੁਰਖ ਵਾਹਿਗੁਰੂ ਹੈਗਾ। ਉਹਨੇ ਸਾਡੇ ਪੈਦਾ ਹੋਣ ਤੋਂ ਪਹਿਲਾਂ, ਜੀਵਾਂ ਦੇ ਪੈਦਾ ਹੋਣ ਤੋਂ ਬਾਅਦ ਪਹਿਲਾਂ ਉਹਨਾਂ ਨੇ ਨੇਚਰ ਦਾ ਕ੍ਰੀਏਸ਼ਨ ਕੀਤੀ, ਜਿਹਦੇ 'ਚ ਹਰ ਲਿਹਾਜ਼ ਨਾਲ ਮਨੁੱਖ ਦੀ ਪੂਰਤੀ ਕੀਤੀ ਹੋਈ ਹੈ, ਹਰ ਜੀਵ ਦੀ ਕੀਤੀ ਹੈ। ਕਿਉਂਕਿ ਜਿੱਦਾਂ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਹੁਣ ਇਹ ਸਭ ਤੋਂ ਪ੍ਰੀ ਬਣਾਇਆ ਹੋਇਆ, ਸਭ ਪ੍ਰੀ ਅਰੇਂਜਡ ਕਹਿ ਲਓ। ਅੱਛਾ, ਹੁਣ ਨਾਲ ਇਹ ਵੀ ਗੱਲ ਹੈਗੀ ਹੈ ਕਿ ਜਿਹੜਾ ਬੰਦਾ ਰੱਬ ਤੇ ਧਰਮ ਤੇ ਵਿਸ਼ਵਾਸ ਰੱਖਦਾ, ਉਹਨੂੰ ਇਹ ਵੀ ਯਕੀਨ ਹੋਣਾ ਚਾਹੀਦਾ ਕਿ ਮੇਰੀ ਕੰਪਲੀਟ ਫਿਲਮ ਪਹਿਲਾਂ ਜਿੱਦਣ ਮੈਂ ਪੈਦਾ ਹੋਇਆ ਉਹਨੇ ਬਣਾਤੀ ਆ, ਤੇ ਉਹ ਸਮੇਂ ਸਮੇਂ ਅਨੁਸਾਰ ਉਹ ਫਿਲਮ ਜਿਹੜੀ ਖੇਡੀ ਜਾਏਗੀ। ਔਰ ਅਸੀਂ ਕਿਸੇ ਮਾਂ ਨੂੰ ਨਹੀਂ ਪਤਾ ਕਿ ਮੇਰਾ ਬੱਚਾ ਛੋਟਾ ਜਿਹਾ ਉਹਨੇ ਕੀ ਬਣਨਾ, ਤੁਹਾਡਾ ਕਿਸੇ ਨੂੰ ਨਹੀਂ ਪਤਾ ਹੋਏਗਾ, ਮੇਰਾ ਵੀ ਕਿਸੇ ਨੂੰ ਨਹੀਂ ਪਤਾ। ਉਹ ਤਾਂ ਇੱਕ ਉਹਨੂੰ ਬੱਚੇ ਦੀ ਤਰ੍ਹਾਂ ਪਾਲਦੇ ਆ, ਨਾ ਕਿ ਉਹਨਾਂ ਦਾ ਜਿਹੜਾ ਪਲਾਨ ਉਹ ਰੀਡ ਕਰ ਸਕਦੇ ਆ। ਸੋ ਇਸ ਕਰਕੇ ਅਸੀਂ ਦੇਖਣਾ ਹੈਗਾ ਕਿ ਅਕਾਲ ਪੁਰਖ ਨੇ, ਪਰਮਾਤਮਾ ਨੇ ਮਨੁੱਖ ਲਈ ਸਭ ਕੁਛ ਪਹਿਲਾਂ ਬਣਾਇਆ ਹੋਇਆ। ਹੁਣ ਇਹਦੇ ਵਿੱਚ ਗੁਰਬਾਣੀ ਦੇ ਕੁਛ ਸ਼ਬਦ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਕਹਿੰਦੇ ਨੇ, ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਹੇ ਅਕਾਲ ਪੁਰਖ ਮੈਂ ਤੇਰੇ ਸਿਸਟਮ ਨੂੰ ਮੈਂ ਬੜਾ ਧਿਆਨ ਨਾਲ ਵੇਖਿਆ, ਤੇਰੇ 'ਚ ਕੀ ਸਿਫਤ ਆ? ਤੂੰ ਕਰਨ ਕਰਾਵਣ ਉਪਾਏ ਸਮਾਵਨ, ਸਗਲ ਛਤਰਪਤ ਬੀਠਾ। ਦੈਟ ਮੀਨਸ ਯੂ ਆਰ ਦਾ ਡੂਅਰ, the cause of the causes, and the creator of the
ਕ੍ਰੀਏਸ਼ਨ ਐਂਡ ਆਲਸੋ ਯੂ ਡੂ ਐਵਰੀਥਿੰਗ। ਜਿਸ ਤਰ੍ਹਾਂ ਅਸੀਂ ਸ਼ਬਦ ਵਿੱਚ ਲਿਖਿਆ ਕਿ ਰਾਣਾ ਰਾਓ ਰਾਜ ਪੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਘਟਾ ਜਸ ਗਾਇਓ। ਤੁਹਾਡਾ ਰਿਸ਼ਤਾ ਕਿੰਨੇ ਵੱਡੇ ਰੱਬ ਨਾਲ ਹੈਗਾ। ਮੈਂ ਇਹਨੂੰ ਬਹੁਤਾ ਉਪਮਾ ਸੁਣੋ ਰਾਜਨ ਕੀ ਸੰਤੋ ਕਹਿਤ ਜੇਤ ਪਹੁੰਚਾ, ਕਿਉਂਕਿ ਉਹ ਰੱਬ ਜਿਹੜਾ ਹੈ ਅਕਾਲ ਪੁਰਖ ਜਿਹਦੀ ਅਸੀਂ ਉਸਤਤ ਕਰਦੇ ਹਾਂ, ਉਹ ਕੌਣ ਹੈ? ਬੇਸ਼ੁਮਾਰ ਬੇਅੰਤ ਵੱਡ ਸਾਹ ਦਾ ਤਾਰਾ ਉੱਚੇ ਹੀ ਤੇ ਉੱਚਾ। ਪਹਿਲਾ ਸਾਡਾ ਰਿਲੇਸ਼ਨਸ਼ਿਪ ਇਸ ਸ਼ਕਤੀ ਨਾਲ ਹੈਗਾ। ਫਿਰ ਦੇਖੋ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਪਵਨ ਪਰੋਇਓ ਸਗਲ ਆਕਾਰਾ ਪਾਵਕ ਕਾਸਟ ਸੰਗੇ ਅੱਗ ਤੇ ਲੱਕੜੀ ਇੱਕ ਥਾਂ। ਦੇਖੋ ਇਹ ਸ਼ਕਤੀਆਂ ਨੀਰ ਧਰਨ ਕਰ ਰਾਖੇ ਏਕਤ ਕੋਈ ਨਾ ਕਿਸੇ ਸੰਗੇ। ਪਾਣੀ ਤੇ ਧਰਤੀ 80% ਪਾਣੀ ਹੈ, 20% ਧਰਤੀ ਆ। ਇਹ ਧਰਤੀ ਨੂੰ ਪਾਣੀ ਵਿੱਚ ਰੱਖਿਆ ਹੋਇਆ। ਇਜ਼ ਦੈਟ ਨਾਟ ਅ ਮਿਰੇਕਲ? ਸੋ ਫਿਰ ਦੇਖਦੇ ਗੁਰੂ ਸਾਹਿਬ ਕਹਿੰਦੇ ਨੇ ਮੇਰਾ ਘਟ ਘਟ ਕਥਾ ਰਾਜਨ ਕੀ ਚਾਲੇ ਘਰ ਘਰ ਤੁਝੇ ਅਵਾਹਾ। ਹਰ ਕਣ ਕਣ ਵਿੱਚ ਉਸ ਦੀ ਸ਼ਕਤੀ ਮੌਜੂਦ ਹੈ। ਮੈਂ ਉਸ ਰੱਬ ਦਾ ਪੁਜਾਰੀ ਹਾਂ। ਫਿਰ ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜ਼ਕ ਸਮਾਹਾ। ਕਿ ਭਾਵ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਆਫਟਰਵਰਡ ਹੀ ਕ੍ਰੀਏਟਡ ਆਲ ਬੀਇੰਗਸ ਐਂਡ ਕ੍ਰੀਚਰਸ ਬਟ ਫਸਟ ਹੀ ਪ੍ਰੋਵਾਈਡਡ them with their substances। ਓਕੇ, ਫਿਰ ਹੈਗਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਯਤਨ ਕਰ ਕਰੇ ਦਿਖਾਏ ਸਾਚੀ ਸਾਖੀ ਚੀਨੀ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਹਰ ਭਗਤਾਂ ਘਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੜਾਈ। ਰੱਬ ਦੀ ਇੰਨੀ ਵੱਡੀ ਸ਼ਕਤੀ ਆ। ਮੁਕਤ ਪਏ ਸਾਧ ਸੰਗਤ ਕਰ ਤਿੰਨ ਕੇ ਅਵਗੁਣ ਸਭ ਹੈ ਪਰ ਹਰਿਆ। ਕਹਿੰਦੇ ਨੇ ਕਿ ਤਿੰਨ ਕੋ ਦੇਖ ਪਏ ਕਿਰਪਾਲਾ ਤਿੰਨ ਪਵ ਸਾਗਰ ਤਰਿਆ। ਖਰ ਮੈਂ ਇਸ ਚੀਜ਼ ਦੇ ਵਿੱਚ ਤੁਹਾਨੂੰ ਦੱਸਣ ਲੱਗਾ ਕਿ ਹੇ ਅਕਾਲ ਪੁਰਖ ਵਾਹਿਗੁਰੂ ਜਿਸ ਨਾਲ ਸਿੱਖਾਂ ਤੂੰ ਆਪਣਾ ਕਨੈਕਸ਼ਨ ਲਾਇਆ, ਜਿਸ ਨਾਲ ਤੇਰਾ ਰਿਸ਼ਤਾ ਬਣਿਆ, ਉਹ ਤਾਂ ਬਹੁਤ ਵੱਡਾ। ਬਿਲਕੁਲ ਜੀ, ਤੂੰ ਕਾਹੇ ਡੋਲੇ ਪ੍ਰਾਣੀਆਂ ਤੇ ਰਾਖੇਗਾ ਸਿਰਜਣਹਾਰ। ਹਾਂਜੀ ਜੀ। ਸੋ ਇਹ ਇੱਕ ਸ਼ਬਦ ਸਾਨੂੰ ਯਕੀਨ ਦਿੰਦਾ ਕਿ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਫਿਰ ਦੇਖੋ ਜਦੋਂ ਕੋਈ ਵਿਦਿਆਰਥੀ ਰੂਹਾਨੀ ਜੀਵਨ ਦਾ ਸਵਾਚ ਕਰਦਾ ਚੰਗੀ ਤਰ੍ਹਾਂ ਆਪਣੇ ਦੁਆਲੇ, ਬਗੈਰ ਉਸ ਤੋਂ ਜਿਹੜਾ ਬੰਦਾ ਚਲਾਕ ਹੈ ਸ਼ਰਧਾਲੂ, ਔਰ ਜਿਤਨੇ ਬਾਕੀ ਤੁਸੀਂ ਕ੍ਰੀਚਰ ਦੇਖੋਗੇ, ਜੀਵ ਜੰਤੂ ਦੇਖੋਗੇ, ਦੇਖੋ ਉਹ ਉਹਨਾਂ ਦੀ ਫੂਡ ਜਿਹੜੀ ਆ ਨੇਚਰ ਨੇ ਸਿਸਟਮ ਵਿੱਚ ਆਪਣੇ ਬਣਾਈ ਹੋਈ ਆ ਜੀ। ਫਿਰ ਦੇਖਦੇ ਨੇ ਕਿ ਵੇਖੋ ਹਿਸ ਸਟਰੋਂਗ ਬਿਲੀਫ ਇਨ ਗੋਡ ਜਿਹਦਾ ਵੀ ਹੈਗਾ ਜੀ। ਦੇਖੋ ਮਾਂ ਦੇ ਛਾਤੀਆਂ ਵਿੱਚ ਦੁੱਧ ਆਉਣਾ ਹੀ ਇੱਕ ਵੱਡੀ ਕਰਾਮਾਤ ਹੈ ਜੀ। ਫਿਰ ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਇੱਕ ਸ਼ਬਦ ਪੜਿਆ ਦੱਸਣ ਵਾਸਤੇ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਖਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੇ ਇਥੋਂ ਬੰਦੇ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਖੁਰਾਕ ਮੌਜੂਦ ਹੈ, ਸਿਰਫ ਤੂੰ ਉਪਰਾਲਾ ਕਰਕੇ ਉਹਨੂੰ ਪ੍ਰਾਪਤ ਕਰਨਾ। ਪਰ ਰੱਬ ਨੇ ਅਬੰਡੈਂਟ ਸਪਲਾਈ ਕੀਤੀ ਹੈ, ਔਰ ਅਬੰਡੈਂਟ ਸਪਲਾਈ ਵਿੱਚ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜ਼ਕ ਆਗੇ ਕਰ ਤਰਿਆ। ਕੀ ਤੈਨੂੰ ਯਕੀਨ ਨਹੀਂ ਆਇਆ ਕਿ ਕਿੱਡੀ ਦੂਰੋਂ ਕੂੰਜਾਂ ਆਉਂਦੀਆਂ, ਉਹਦੇ ਪਿੱਛੇ ਬੱਚੇ ਆ, ਉਹ ਬੱਚੇ ਜੰਮਦੇ ਆ, ਜੰਮ ਕੇ ਵੱਡੇ ਹੋ ਕੇ ਮੁੜ ਕੇ ਮਾਪਿਆਂ ਨਾਲ ਆ ਕੇ ਰਲਦੇ ਫਿਰ ਆ ਕੇ ਤੇ ਫਿਰ ਮਾਂ ਨੂੰ ਪਛਾਣਦੇ ਆ ਕਿ ਉਹਨਾਂ ਦੀ ਮਗਰੋਂ ਕੌਣ ਰਾਖੀ ਕਰਨ ਵਾਲਾ ਸੀ। ਕਿਉਂਕਿ ਉਹ ਕੂੰਜ ਜਿਹੜੀ ਆ ਉਹਦਾ ਕਨੈਕਸ਼ਨ ਸਾਊਂਡ ਦੇ ਰਾਹੀਂ ਉਹਨਾਂ ਬੱਚਿਆਂ ਨਾਲ ਜਾਂਦਾ ਹੈ, ਔਰ ਬੱਚੇ ਏਡੀ ਦੂਰ ਆ ਕੇ ਕਿਵੇਂ ਮਾਂ ਨੂੰ ਪਛਾਣ ਲੈਂਦੇ। ਇਜ਼ ਦੈਟ ਨਾਟ ਏ ਮਿਰੇਕਲ? ਬਿਲਕੁਲ। ਅੱਛਾ, ਹੁਣ ਇਹਨਾਂ ਚੀਜ਼ਾਂ ਦੀ ਜਨਨ ਪਿਤਾ ਲੋਕ ਸਤਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸਮਾਹੇ ਠਾਕਰ ਕਾਹੇ ਮਨ। ਬਸ ਇਹ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਸਾਨੂੰ ਯਕੀਨ ਦਵਾਇਆ ਕਿ ਅਸੀਂ ਇਹਦੇ ਵਿੱਚ ਫਿਕਰ ਨਾ ਕਰੀਏ, ਉਪਰਾਲਾ ਜ਼ਰੂਰ ਕਰੀਏ ਪਰ ਚਿੰਤਾ ਨਾ ਕਰੀਏ। ਹੁਣ ਇਹ ਚੀਜ਼ ਜਿਹੜੀ ਹੈਗੀ ਆ ਇਹ ਸਾਨੂੰ ਸਿਖਾਉਂਦੀ ਹੈ ਕਿ ਧਰਮ ਤੁਹਾਨੂੰ ਇੱਕ ਇਨਕਰੇਜ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਤਕੜੇ ਰੱਖੋ। ਇਹ ਹੈਗਾ ਦੂਜਾ ਹੈਗਾ ਕਿ ਚੰਗੀ ਨੀਂਦ ਆਉਣੀ ਚਾਹੀਦੀ ਹੈ। ਦੇਖੋ 37% ਅਮਰੀਕਨ ਪੀਪਲ ਦੇ ਕੈਨ ਨਾਟ ਸਲੀਪ ਵੈਲ। ਤਾਂ ਨਾ ਸੌਣਾ ਇੱਕ ਬੜੀ ਵੱਡੀ ਬਿਮਾਰੀ ਹੈ। ਹੁਣ ਧਰਮ ਕੀ ਤੁਹਾਨੂੰ ਨੀਂਦ ਦਵਾਉਂਦਾ? ਹੁਣ ਇੱਥੇ ਆ the religion and spiritual person is always one with God, right? Always. And takes all the energies according to his personal needs and can keep himself healthy and does not worry about his earnings and food.
when you have good health जी and having no worries of your food, you can enjoy a very good sound sleep as compared with other people. कोई शक नहीं, चिंता नहीं तो नींद बिल्कुल चिंता ही नहीं है। यही धर्म ਸਾਨੂੰ ਸਿਖਾਉਂਦਾ ਹੈ ਕਿ ਆਪਣਾ ਦ੍ਰਿੜ ਵਿਸ਼ਵਾਸ ਜਿਹੜਾ ਉਹ ਉਹਨੂੰ ਮਜ਼ਬੂਤ ਕਰੋ। ਆਪੇ ਜੇਕਰ ਰੱਬ ਨੇ ਤੁਹਾਨੂੰ ਇਹ ਜਨਮ ਦਿੱਤਾ ਤਾਂ ਤੁਹਾਡੀ ਉਹ ਰੱਖਿਆ ਵੀ ਉਹੀ ਕਰੇਗਾ। ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਜਿਹੜੇ ਅਗਲੇ ਪੁਆਇੰਟਸ ਨੇ ਇਸ ਬ੍ਰੇਕ ਤੋਂ ਬਾਅਦ ਜੀ। ਥੈਂਕ ਯੂ। ਸੋ ਧਰਮ ਦਾ ਕੀ ਰੋਲ ਹੈ ਜੀ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ, ਉਸ ਬਾਰੇ ਗੱਲਬਾਤ ਕਰ ਰਹੇ ਹਾਂ ਗਿਆਨੀ ਸਵਰਨ ਸਿੰਘ ਜੀ ਨਾਲ। ਆਓ ਹੋਰ ਜਾਣਕਾਰੀ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਜੇਕਰ ਸਾਡੇ ਮਨ ਵਿੱਚ ਬੈਠ ਜਾਂਦੀਆਂ ਨੇ ਤਾਂ ਅਸੀਂ ਧਰਮ ਨੂੰ ਸਿਰਫ ਇੱਕ ਐਜ਼ ਅ ਰਿਚੁਅਲਿਸਟਿਕ ਹੀ ਐਂਡ ਉਸ ਦਾ ਨਹੀਂ ਸਮਝਦੇ, ਉਸ ਨੂੰ ਅਸੀਂ ਗ੍ਰਹਿਣ ਕਰਕੇ ਉਸ ਦੇ ਤੁਰਦੇ ਵੀ ਹਾਂ। ਜੀ ਭਾਈ ਸਾਹਿਬ, ਸੋ ਜਿਸ ਤਰ੍ਹਾਂ ਬੜੇ ਸੋਹਣੇ ਤੁਸੀਂ ਗੱਲ ਕੀਤੀ ਕਿ ਸੌਣ ਵਾਲੀ ਵੀ ਜਿਹੜੀ ਤੁਸੀਂ ਗੱਲ ਕੀਤੀ ਕਿ ਜੇ ਚਿੰਤਾ ਹੀ ਨਹੀਂ ਹੈਗੀ ਕੋਈ ਤਾਂ ਫਿਰ ਆਰਾਮ ਨਾਲ ਤੁਸੀਂ ਘੋੜੇ ਸੋਚ ਵੇਚ ਕੇ ਜਿਹਨੂੰ ਕਹਿੰਦੇ ਸੌਵੋਗੇ ਆਰਾਮ ਨਾਲ। ਹਾਂਜੀ ਬਿਲਕੁਲ ਸਹੀ ਗੱਲ। ਮੈਂ ਦੱਸਦਾ ਸੀ ਕਿ ਸੌਣ ਵਾਸਤੇ ਨਾ ਦੋ ਚੀਜ਼ਾਂ ਬੜੀ ਜ਼ਰੂਰੀ ਚਾਹੀਦੀਆਂ ਜੀ। ਇੱਕ ਤਾਂ ਚੰਗੀ ਸਿਹਤ ਹੋਵੇ, ਹਾਂ, ਇੱਕ ਦਿਮਾਗੀ ਤੌਰ ਤੇ ਕੋਈ ਸਟ੍ਰੈਸ ਨਾ ਹੋਵੇ, ਚਿੰਤਾ ਨਾ ਹੋਵੇ। ਹੁਣ ਇਹ ਜਿਹੜੀ ਚੀਜ਼ ਹੈਗੀ ਨਾ, ਇਹ ਕੌਣ ਪੈਦਾ ਕਰ ਸਕਦਾ? ਦਵਾਈਆਂ, ਸਲੀਪਿੰਗ ਪਿਲਸ ਲੈ ਲਓ ਜੀ, ਉਹ ਤੁਹਾਨੂੰ ਘੜੀ ਦੀ ਘੜੀ ਸਲਾਹ ਦੇਣਗੀਆਂ, ਕਿਉਂਕਿ ਤੁਹਾਡਾ ਦਿਮਾਗ ਜਿਹੜਾ ਦੂਏ ਪਾਸੇ ਲਾਦੀਆਂ। ਐਕਚੁਅਲੀ ਟ੍ਰੀਟਮੈਂਟ ਤਾਂ ਕੋਈ ਨਹੀਂ, ਰਾਈਟ, ਬਿਲਕੁਲ। ਤੇ ਉਹ ਨੈਚੁਰਲ ਤੁਹਾਡੀ ਸਲੀਪ ਨਹੀਂ ਹੈਗੀ। ਤੋਂ ਕਿਉਂਕਿ ਜਿਹੜਾ ਸੌਣਾ ਨਾ, ਇਹ ਮੈਂ ਫਿਰ ਇੱਕ ਥੋੜੀ ਜਿਹੀ ਤੁਹਾਨੂੰ ਦੱਸਦਾ, ਵਿਗਿਆਨਕ ਤੌਰ ਤੇ ਜਿਹੜੀ ਨੀਂਦ ਆ ਨਾ, ਇਹ ਰੀਚਾਰਜਿੰਗ ਯੂਅਰ ਬਾਡੀ ਐਂਡ ਮਾਈਂਡ ਹੈਗਾ। ਠੀਕ। ਤੇ ਜਿਹਦਾ ਪਲੱਗ ਇਨ ਕਰਨਾ ਹੁੰਦਾ ਨਾ, ਇਸ ਤਰ੍ਹਾਂ ਤੁਸੀਂ ਪਲੱਗ ਇਨ ਕਰਦੇ ਆ। ਤਾਂ ਜਿੱਦਾਂ ਆਪਾਂ ਦੱਸਿਆ ਕਿ ਇਹ ਜਿਸ ਦੁਨੀਆ ਵਿੱਚ ਤੁਸੀਂ ਰਹਿ ਰਹੇ, ਅੱਜ ਕੱਲ੍ਹ ਲੋਕੀ ਨੀਂਦ ਨਹੀਂ ਆਉਂਦੀ ਤਾਂ ਬੁਰਾ ਹਾਲ ਹੈਗਾ। ਸੋ ਮੈਂ ਤਾਂ ਦੱਸਿਆ ਹੈਗਾ ਕਿ ਮੈਂਟਲ ਸਟ੍ਰੈਸ ਕਰਕੇ ਇਹਦਾ ਘਟਾਅ ਦਾ ਇੱਕੋ ਤਰੀਕਾ ਆ ਕਿ ਤੁਹਾਨੂੰ ਰੂਹਾਨੀ ਜੀਵਨ ਜਿਹੜਾ ਬਤੀਤ ਕਰਨਾ ਚਾਹੀਦਾ। ਇਹ ਤਾਂ ਹੈਗਾ ਸਾਡਾ ਤੀਜਾ ਜਿਹੜਾ ਪੁਆਇੰਟ ਸੀਗਾ। ਹੁਣ ਚੌਥਾ ਹੈਗਾ ਜਿਸ ਕਰਕੇ ਬੰਦਾ ਬਹੁਤ ਭੱਜਾ ਫਿਰਦਾ ਹੈ, ਪੈਸਾ ਤੇ ਪੈਸੇ ਦੇ ਨਾਲ ਚੀਜ਼ਾਂ ਖਰੀਦਣੀਆਂ। ਠੀਕ। ਹੁਣ ਉਹਦੇ ਵਿੱਚ ਹੈਗਾ ਦਿਸ ਟਾਈਪ ਆਫ ਥਾਟ ਇਜ਼ ਐਬਸੋਲੂਟਲੀ ਰੋਂਗ। ਕਈ ਲੋਕੀ ਕਹਿੰਦੇ ਨੇ ਕਿ ਜੇ ਤੁਸੀਂ ਧਰਮ ਤੇ ਰਹੋਗੇ ਨਾ, ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਇਹ ਕਹਿੰਦੇ ਸੀ ਕਿ ਜਿਸ ਤਰ੍ਹਾਂ ਫਰਜ਼ ਕੀਤਾ ਕਿ ਛੋਟੇ ਹੁੰਦੇ ਕਹਿੰਦੇ ਸੀ ਤੂੰ ਕਿੱਥੋਂ ਗੁਜ਼ਾਰਾ ਕਰੇਗਾ, ਤੇਰੇ ਪੈਸਾ ਕਿੱਥੋਂ ਆਊਗਾ, ਜਦੋਂ ਇਸੇ ਪਾਸੇ ਲੱਗਾ ਰਿਹਾ, ਧੋਖਾ ਮੀਟ ਕੇ ਬੈਠਾ ਰਹਿਣਾ ਤਾਂ ਤੇਰੇ ਬੱਚਿਆਂ ਨੂੰ ਕੌਣ ਪਾਲੇਗਾ। ਇਹ ਆਮ ਦੁਨੀਆ ਕਹਿੰਦੀ ਆ ਕਿ ਜਿਹੜਾ ਬੰਦਾ ਧਾਰਮਿਕ ਪਾਸੇ ਜਾਂਦਾ ਨਾ, ਇੱਕ ਤਾਂ ਕਹਿੰਦੇ ਗਰੀਬ ਹੁੰਦਾ, ਉਹਦੇ ਪੱਲੇ ਕੁਝ ਨਹੀਂ ਹੁੰਦਾ। ਦੂਸਰੀ ਗੱਲ ਆ ਕਿ ਉਹਨੂੰ ਸੋਝੀ ਵੀ ਏਡੀ ਨਹੀਂ ਹੁੰਦੀ। ਤਾਂ ਇਹ ਇੱਕ ਉਹਨਾਂ ਦੀ ਗਲਤ ਸੋਚਣੀ। ਇਹਦੇ ਉਲਟ ਆ ਸਮਾਂਗੇ ਕਿ ਅਸੀਂ ਦੇਖਦੇ ਹਾਂ, ਬਟ ਦਾ ਟਰੂਥ ਜਿਹੜਾ ਨਾ ਆਲਵੇਜ਼ ਅਦਰਵਾਈਜ਼ ਆ। ਜੀ। ਕੀ ਹੈਗਾ? the person attached with God, ਵਾਹਿਗੁਰੂ ਦੇ ਨਾਲ, will become rich like God. ਠੀਕ। ਉਹ ਪ੍ਰਮਾਤਮਾ ਦੀ ਤਰ੍ਹਾਂ ਉਹ ਅਮੀਰ ਹੋ ਜਾਏਗਾ। he is attached with the, he is not attached with the material things, but the material things will be attached to him. Right. ਕਿੰਨਾ ਫਰਕ ਹੈ? Absolutely. ਅੱਛਾ, it is a clear fact that our desirous mind, if hankers after anything, will run away from us, or the nature will create more obstacles to receive it. ਜਿੰਨਾ ਤੁਸੀਂ ਪੈਸੇ ਦੇ ਪਿੱਛੇ ਦੌੜੋਗੇ, ਉਨੀ ਪੈਸਾ ਤੁਹਾਡੇ ਮੋਰੇ ਦੌੜੇਗਾ। ਜੀ। ਜੇ ਤੁਸੀਂ ਉਹਨੂੰ ਛੱਡ ਦਿਓਗੇ, ਤੁਹਾਡੇ ਪਿੱਛੇ ਆਏਗੀ। ਰਾਈਟ। ਸੋ if do not desire like hungry person, that things will come at your feet. ਜੀ। ਇੱਕ ਫਾਰਮੂਲਾ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿੰਦੇ ਨੇ ਕੀ ਫਾਰਮੂਲਾ? ਗौ ਕਰ ਪਕੜੀ ਨਾ ਇਹ ਹਾਥ, ਭੱਜ ਕੇ। ਜੀ। ਗौ ਮੈਨੇ ਦੌੜ ਕੇ। ਠੀਕ। ਗौ ਕਰ ਪਕੜੀ ਨਾ ਆਏ ਹਾਥ, no matter how hard you try to grab it, it does not come into your hands. Then what happened? ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਿਆ ਵਧੀਆ ਫਾਰਮੂਲਾ। ਜੀ। ਪ੍ਰੀਤ ਕਰੀ ਚਾਲੂ ਨਹੀਂ ਸਾਥ, ਮੈਂ ਮਿਹਨਤ ਕਰਨ ਦੀ ਲੋੜ ਨਹੀਂ। ਕਹੋ ਨਾਨਕ ਜੋ ਤਿਆਗ ਦਈ, ਤਬ ਉਹ ਚਰਨੀ ਆਏ ਪਈ। ਰਾਈਟ। ਗੁਰੂ ਸਾਹਿਬ ਦੇ ਚਰਨਾਂ ਵਿੱਚ ਮਾਇਆ ਫਿਰਦੀ ਸੀ, ਹੈ ਨਾ। ਤੇ ਗੁਰੂ ਸਾਹਿਬ ਗੁਰਮੁਖ ਔਰ ਡਿਵੋਟੀ ਜੀ ਨੈਵਰ ਲੁਕਸ at the maya like the money minded people. ठीक. That is why whereas the maya creates problems, sufferings, जी. and anxiety, stress, and other kinds of temptations, and keeps its devotees running after it. जी. On the other hand, the devotee of Vaheguru is being served by maya. Absolutely. हाँ जी। माया दासी भगतां की, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਜੀ। ਉਹ ਭਗਤਾਂ ਦੀ ਨੌਕਰਾਨੀ ਬਣ ਜਾਂਦੀ ਆ। ਚੜਨੀ ਲਾਗੇ ਤਾਂ ਮਹਿਲ ਪਾਵੇ। ਠੀਕ। ਸਦ ਹੀ ਨਿਰਮਲ ਸਹਿਜ ਸਮਾਵੇ। ਸੋ
where there is a money, जी, automatically the things will be there to buy. right, When ਜਿੱਥੇ ਪੈਸਾ ਹੈਗਾ ਉੱਥੇ ਚੀਜ਼ਾਂ ਮਿਲ ਜਾਣੀਆਂ. When the devotee has the money, he uses it in a proper way. ਰਾਈਟ. ਸੋ ਇੱਕ ਸੁਰਤ ਜਿਹੜੀ ਤੁਹਾਡੀ ਬਦਲ ਜਾਂਦੀ ਹੈਗੀ ਤੇ ਮਾਇਆ ਦੀ ਤੇ ਲੋੜ ਹੈਗੀ ਹੈ, ਪਰ ਉਸ ਦਾ ਉਪਯੋਗ ਜਿਹੜਾ ਹੈ ਉਹ ਫਿਰ ਦੁਰਉਪਯੋਗ ਨਹੀਂ ਹੁੰਦਾ, ਉਹ ਸਹੀ ਪਾਸੇ ਹੀ ਲੱਗਦਾ. ਸਹੀ ਪਾਸੇ ਲੱਗਦਾ. ਰਾਈਟ, ਹਾਂਜੀ, ਭਲੇ ਲਈ ਲੱਗਦਾ, ਪਰਉਪਕਾਰ ਲਈ ਲੱਗਦਾ. ਓਕੇ, ਫਿਰ ਦੇਖਣਾ ਹੈਗਾ ਇੱਕ ਹੋਰ, ਇਨ ਦਾ ਬਿਜ਼ਨਸ ਫੀਲਡ ਦੇ ਵਿੱਚ ਜੇ ਤੁਸੀਂ ਬਿਜ਼ਨਸ ਕਰਦੇ ਆ, ਮੈਂ ਵੀ ਕੀਤੀ ਬਿਜ਼ਨਸ 15 ਸਾਲ ਕੀਤੀ ਹੈ, ਰਾਈਟ, ਓਨੈਸਟ ਰਹਿ ਕੇ ਦੇਖਿਆ, ਲੋਕਾਂ ਨੇ ਕਿਹਾ ਇਦਾਂ ਤੁਹਾਡਾ ਕੰਮ ਨਹੀਂ ਬਣਨਾ ਤਾਂ ਇਹ ਵੀ ਇੱਕ ਬੜੀ ਵੱਡੀ ਚੀਜ਼ ਹੈ ਕਿ ਅੱਜ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਜੇ ਸੱਚ ਨਾਲ ਕਿੱਥੋਂ ਤੁਸੀਂ ਕਾਮਯਾਬ ਹੋ ਸਕਦੇ ਹੋ, ਪਰ ਇਹ ਵੀ ਇੱਕ ਮਿਸਕਨਸੈਪਸ਼ਨ ਹੈ. ਹਾਂਜੀ, ਮੈਂ ਇਹ ਕਰਕੇ ਆਪ ਵੇਖਿਆ. ਰਾਈਟ, ਮੇਰਾ ਉਹਦੇ ਨਾਲ ਕੀ ਹੋਇਆ ਕਿ ਔਕੜਾਂ ਤਾਂ ਆਉਂਦੀਆਂ, ਹਰ ਕੰਮ 'ਚ ਔਕੜ ਆਉਂਦੀ ਹੈ, ਲੇਕਿਨ ਓਨੈਸਟ ਰਹਿ ਕੇ ਇਹ ਦੇਖਿਆ ਕਿਸੇ ਵੀ ਸਪਲਾਇਰ ਨੇ ਅੱਜ ਤੱਕ ਮੈਨੂੰ 15 ਸਾਲ 'ਚ ਨਾ ਨਹੀਂ ਕੀਤੀ ਸਮਾਨ ਦੇਣ. ਰਾਈਟ, ਨੰਬਰ 1. ਦੂਆ, ਜਿਹੜਾ ਕਸਟਮਰ ਇੱਕ ਵਾਰੀ ਆ ਗਿਆ ਉਹ ਫਿਰ ਮੁੜ ਕੇ ਗਿਆ ਨਹੀਂ. ਠੀਕ, ਤੇ ਅਸੀਂ ਨਾ ਕਿਸੇ ਨੂੰ ਲੁੱਟਿਆ ਜੀ ਤੇ ਨਾ ਅਸੀਂ ਕਦੀ ਘਾਟਾ ਪਾਇਆ ਸੀ, ਔਰ ਚੀਜ਼ ਇਮਾਨਦਾਰੀ ਦੇ ਨਾਲ ਓਨੈਸਟ ਨਾ ਦੇਣੀ ਔਰ ਕਿਸੇ ਨੂੰ ਗਲਤ ਚੀਜ਼ ਨਹੀਂ ਦੇਣੀ. ਇਹ ਪਾਲਿਸੀ ਵਾਹਿਗੁਰੂ ਦੀ ਕਿਰਪਾ ਨਾਲ ਬੜੀ ਕਾਮਯਾਬ ਹੋਈ ਹੈ. ਬਿਲਕੁਲ ਜੀ. ਇਹ ਹੁਣ ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਗੁਰੂ ਸਾਹਿਬ ਦੇ ਅਸੀਂ ਸਾਖੀ ਤਾਂ ਸੁਣਾ ਦਿੰਦੇ ਹਾਂ ਕਿ ਜੀ ਗੁਰੂ ਸਾਹਿਬ ਨੇ ਦੇਖੋ ਜੀ 13 ਦਾ ਜਿਹੜਾ ਅਸੀਂ ਕਨਸੈਪਟ ਵੀ ਲੈ ਕੇ ਆਏ ਕਿ ਝੂਠ ਨਹੀਂ ਬੋਲਣਾ ਚਾਹੀਦਾ, ਟਰੂਥ ਇਜ਼ ਹਾਇਰ ਬਟ ਹਾਇਰ ਸਟਿਲ ਇਜ਼ ਟਰੂਥਫੁਲ ਲਿਵਿੰਗ. ਬਟ ਅੱਜ ਉਹ ਟਰੂਥਫੁਲ ਲਿਵਿੰਗ ਸਾਡੇ 'ਚੋਂ ਖਤਮ ਹੁੰਦੀ ਜਾ ਰਹੀ ਹੈ. ਅੱਜ ਅਸੀਂ ਲੋਕਾਂ ਦੇ ਪੈਸੇ ਵੀ ਮਾਰ ਰਹੇ ਹਾਂ, ਜੋ ਕੁਝ ਹੇਰਾ ਫੇਰੀਆਂ ਗਲਤ ਕੰਮ ਹੋ ਰਹੇ ਨੇ ਧਰਮ ਦੇ ਨਾਂ ਦੇ ਉੱਤੇ ਹੋ ਰਹੇ ਨੇ, ਤੇ ਧਾਰਮਿਕ ਲੋਕਾਂ ਜਿਹੜੇ ਨੇ ਉਹ ਪਹਿਰਾਵੇ ਵਿੱਚ ਪਾ ਕੇ ਇਸ ਤਰ੍ਹਾਂ ਕਰ ਰਹੇ ਨੇ. ਇਹਦੇ ਨਾਲ ਇੰਟਾਇਰ ਕਮਿਊਨਿਟੀ ਜਿਹੜੀ ਉਹਦਾ ਨਾਂ ਖਰਾਬ ਹੁੰਦਾ ਹੈ. ਫਿਰ ਉਹਦੇ 'ਚ ਇੱਦਾਂ ਨਾ ਕਿ ਤੁਸੀਂ ਕਰ ਲਓ, ਅਰਦਾਸ ਕਰਾ ਲਓ ਤੇ ਮਾਫ ਹੈ, ਕਿਉਂਕਿ ਉਹੀ ਗੱਲ ਆ ਗਈ, ਉਹ ਸੋਚ ਪੜ ਕਰਾ ਦਿਓ ਨਾ ਪੈਸੇ. ਰਾਈਟ, ਓਕੇ. ਫਿਰ ਅਗਰ ਲਾਈਫ ਹੀਅਰ ਐਂਡ ਆਫਟਰ, ਜੀ, ਜਦੋਂ ਅਸੀਂ ਮਰਦੇ ਹਾਂ ਫਿਰ ਸਾਡੀ ਜ਼ਿੰਦਗੀ, ਦੇਖੋ ਦ ਡਿਜ਼ਾਇਰਸ ਆਫ ਲਾਈਫ ਹੀਅਰ ਐਂਡ ਆਫਟਰ ਕੈਨ ਓਨਲੀ ਬੀ ਫੁਲਫਿਲਡ ਥਰੂ ਦਾ ਰਿਲੀਜਨ. ਠੀਕ. ਹੁਣ ਦੇਖਣਾ, ਨੋਬਡੀ ਐਲਸ ਕੈਨ ਡੂ ਇਟ. ਜਿਹੜੀ ਸਪਿਰਿਚੁਅਲ ਸਾਇੰਸ ਹੈਗੀ ਆ, ਸਾਨੂੰ ਦੱਸਦੀ ਆ ਕਿ ਮਨੁੱਖੀ ਮਨ that you are the one wave of whole ocean. ਪਹਿਲੀ ਤਾਂ ਗੱਲ ਇਹ ਸਮਝੋ, you are the one wave of the whole ocean. ਬਿਲਕੁਲ. You are the one ray of the whole sun. Absolutely. Okay, therefore your reality and the ocean are not different. Right. So you're not separate from that source. Right. Internally you are one with the whole. Right. Okay, you have such a relationship between God and yourself which cannot be separated under any circumstance. No doubt about it. ਜਿੱਦਾਂ ਬਰਫ਼ ਜਿਹੜੀ ਹੈ ਉਹ ਪਾਣੀ ਬਣ ਜਾਂਦੀ ਹੈ, ਬਿਲਕੁਲ, ਪਾਣੀ ਬਣ ਕੇ ਭਾਫ ਬਣ ਜਾਂਦੀ ਆ, ਲੇਕਿਨ ਅਖੀਰ ਤੇ ਫਿਰ ਵੀ ਉਹ ਪਾਣੀ ਰਹਿੰਦਾ, ਉਹਦੇ ਸ਼ੇਪ ਬਦਲਦੀ ਆ. ਮਨੁੱਖ ਜਿਹੜਾ ਨਾ ਹਉਮੈ ਵਿੱਚ ਆ ਕੇ ਰੱਬ ਨਾਲ ਭਾਵੇਂ ਟੁੱਟ ਕੇ ਵੱਖਰਾ ਲੱਗਦਾ, ਪਰ ਹੈ ਉਹ ਰੱਬ ਦਾ ਹਿੱਸਾ. ਸੋ ਇਸ ਕਰਕੇ ਅਸੀਂ ਕਹਿੰਦੇ ਆ, ਇਫ ਦਾ ਪਰਮਾਨੈਂਟ ਲਾਈਫ ਇਜ਼ ਅ ਵੇਵ, ਜੀ, ਜੇ ਪੱਕੀ ਜ਼ਿੰਦਗੀ ਜਿਹੜੀ ਆ ਉਹ ਲਹਿਰ ਹੈ, you are an inseparable part of that. ਠੀਕ. The ocean ਵਾਹਿਗੁਰੂ ਜਿਹੜਾ ਹੈ is immortal. ਫਿਰ ਆਪਾਂ ਦੇਖਣਾ ਅਕਾਲ ਪੁਰਖ ਹੈ ਨਾ ਜੀ. If ਵਾਹਿਗੁਰੂ is immortal, you are also immortal. Absolutely. Only the religion can make you understand about your reality, and then you can become fearless person. When you have that knowledge and experience, then you can declare that the soul can never die. ठीक. पवने में पवन समाया, ज्योति में ज्योत रल जाया, माटी माटी होई एक, रोवन हारे की कवन टेक. ਇਹ ਸਾਡਾ ਪੰਜਵਾਂ ਸੂਲ. ਛੇਵਾਂ ਹੈਗਾ ਗ੍ਰੈਟੀਫਿਕੇਸ਼ਨ ਆਫ ਸੈਕਸ਼ੂਅਲ ਡਿਜ਼ਾਇਰ. ਇਹ ਅਸੀਂ ਅੱਗੇ ਕਰ ਚੁੱਕੇ ਆ ਦੂਸਰੇ ਪ੍ਰੋਗਰਾਮ. ਬਿਲਕੁਲ. ਸੋ ਸੰਜਮ ਦੇ ਵਿੱਚ ਜਿਹੜਾ ਹੈਗਾ ਉਸ ਨੂੰ ਤੁਸੀਂ ਵਰਤਣਾ ਹੈਗਾ ਆਪਣੀ ਕਾਮ ਸ਼ਕਤੀ ਨੂੰ. ਜੀ, ਅਗਲਾ ਪੁਆਇੰਟ. ਅਗਲਾ ਜਿਹੜਾ 7ਵਾਂ ਪੁਆਇੰਟ ਹੈਗਾ ਉਹ ਹੈਗਾ ਦ ਵੈਲ ਬੀਇੰਗ ਆਫ ਆਵਰ ਚਿਲਡਰਨ. ਠੀਕ. ਇਹ ਅਸਲੇ ਸਭ ਤੋਂ ਵੱਡਾ ਮਸਲਾ ਆ, ਕਿੱਦਾਂ ਹੋਵੇ. ਜੀ. ਓਕੇ. ਆਫਟਰ ਯੂਰ ਓਨ ਵੈਲ ਬੀਇੰਗ, ਤੁਸੀਂ ਆਪਣੇ ਚੰਗੇ ਜੀਵਨ ਤੋਂ ਬਾਅਦ ਚਾਹੁੰਦੇ ਹੋ ਕਿ ਮੇਰੇ ਬੱਚਿਆਂ ਦਾ ਜੀਵਨ ਬੜਾ ਚੰਗਾ ਹੋਵੇ ਤੇ ਉਹ ਚੰਗੀ ਜ਼ਿੰਦਗੀ ਬਤੀਤ ਕਰਨ. ਓਕੇ. ਕਿਉਂਕਿ ਮਨੁੱਖ ਦਾ ਤੇ ਹਰ ਜੀਵਾਂ ਦਾ ਰਿਲੇਸ਼ਨਸ਼ਿਪ ਜਿਹੜਾ ਜਨਰੇਸ਼ਨਾਂ ਦੇ ਨਾਲ ਹੁੰਦਾ ਹੈਗਾ. ਠੀਕ. ਤੇ ਕਿਉਂਕਿ ਰੱਬ ਨੇ ਇਹ ਇੱਕ ਅਟੈਚਮੈਂਟ ਮੋਹ ਜਿਹੜਾ ਪਾਇਆ ਹੋਇਆ, ਇੱਕ ਕੁਰਬਾਨ ਜਾਈ ਤਿਸੇ ਬਿਟੋ ਜਨ ਮੋਹ ਮਿੱਠਾ ਲਾਇਆ, ਇਸ ਚੀਜ਼ ਨੂੰ ਮੁੱਖ ਰੱਖਦਿਆਂ ਪਰ ਦੇਖਣਾ, as the seed is itself attached with the tree, the human being is always merged with its generation. Right. So ਅਸੀਂ ਦੇਖਣਾ ਹੈਗਾ, for all this, each human being has the desire that their children should lead a happy life and prosper life. ਠੀਕ. ਇਹ ਡਿਜ਼ਾਇਰ ਤੁਹਾਡੀ ਪੂਰੀ ਕਰਨ ਲਈ ਜੀ ਧਰਮ ਜਿਹੜਾ ਇੱਕ ਬਹੁਤ ਵੱਡਾ
ਰੋਲ ਪਲੇ ਕਰ ਸਕਦਾ ਇਹਦੀ ਕਾਮਯਾਬੀ ਲਈ। ਸਪਿਰਿਚੁਅਲ ਸਾਇੰਸ ਦੇ ਮੁਤਾਬਕ ਜੀ ਹਰ ਹਿਊਮਨ ਬੀਇੰਗ ਜਿਹੜਾ ਇਜ਼ ਕਨੈਕਟਡ ਵਿਦ ਗੋਡ ਜੀ, that means his own source ਜੀ within andro, as the bubble is attached with the ocean. ਠੀਕ Every person is an energy separated from super energy. ਠੀਕ ਹੁਣ ਇਹਨੂੰ ਸਮਝ ਲਈਏ ਰੱਬ ਤੋਂ। God is the source of all energies. ਰਾਈਟ ਫਿਰ ਸਮਝੋ, ਵਾਹਿਗੁਰੂ is not a person ਠੀਕ but he is the invisible force or energy. ਠੀਕ ਦਾ ਜਿਹੜਾ ਸਪਿਰਿਚੁਅਲ ਪਰਸਨ ਹੈ, ਆਤਮਿਕ ਜੀਵਨ ਜੀਣ ਦਾ, ਉਹਨੂੰ ਇੱਕ ਯਕੀਨ ਹੈਗਾ ਕਿ ਉਹਦੀ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਵੀ ਵਧੀਆ ਹੀ ਹੋਏਗੀ। ਹਾਂ, ਉਹ ਇਜ਼ ਆਲਸੋ ਕਨੈਕਟਡ। ਐਬਸੋਲੂਟਲੀ, ਕਿਉਂਕਿ ਉਹ ਸੋਰਸ ਨਾਲ ਤੁਹਾਡੀ ਜੇ ਕਨੈਕਸ਼ਨ ਹੈ ਤੇ ਆਫ ਕੋਰਸ ਉਹ ਤੁਹਾਡੀ ਅੰਸ਼ ਹੈ ਤੇ ਉਹ ਸਾਰੀ ਕਨੈਕਸ਼ਨ ਬਿਲਕੁਲ ਰਾਈਟ। ਹਿਸ ਜਨਰੇਸ਼ਨ ਕੈਨ ਆਲਸੋ ਸ਼ੇਅਰ ਦੈਟ ਅਬੰਡੈਂਟ એનર્ਜੀ ਪਾਵਰ ਜਿਹੜੀ ਹੈ ਜੀ, ਉਹ ਪਾਵਰ ਆਫ ਵਾਹਿਗੁਰੂ is almighty. ਐਬਸੋਲੂਟਲੀ। ਤੇ ਲਾਸਟ ਜਿਹੜਾ ਪੁਆਇੰਟ ਹੈਗਾ ਜੀ ਉਹ ਕਿਹੜਾ ਹੈਗਾ ਜਿਹੜਾ ਕਿ ਅਸੀਂ ਧਾਰਮਿਕ ਜਿਹੜਾ ਜੀਵਨ ਆਪਣਾ ਹੈਗਾ ਉਸ ਦੇ ਵਿੱਚ ਧਰਮ ਦੀ ਇਸਤੇਮਾਲ ਕਰ ਸਕਦੇ ਹੈਗੇ ਜੀ। ਜੀ ਹਾਂਜੀ, ਇਹ ਇਸ ਦੇ ਵਿੱਚ ਅਸੀਂ ਦੱਸਿਆ ਕਿ ਜਿਹੜਾ ਆਖਰੀ ਜਿਹੜਾ ਲਾਸਟ ਹੈਗਾ ਆ ਉਹ ਹੈਗਾ ਫੀਲਿੰਗ ਆਫ ਇੰਪੋਰਟੈਂਸ ਐਂਡ ਪਪੂਲੈਰਿਟੀ, ਸਾਡੀ ਸੋਭਾ ਹੋਵੇ। ਰਾਈਟ। ਦ ਸਪਿਰਿਚੁਅਲ ਪਰਸਨ ਡਜ਼ ਨਾਟ ਫੀਲ ਹਿਮਸੈਲਫ ਨਿਲ ਔਰ ਜ਼ੀਰੋ। ਠੀਕ। ਪਹਿਲੀ ਤਾਂ ਗੱਲ ਹੈ ਕਿ ਅਸੀਂ ਜ਼ੀਰੋ ਨਹੀਂ ਹੈਗੇ ਜੀ, ਬਿਲਕੁਲ। but always think himself the part of the God's creation. Absolutely. He is never being proud upon himself because he realizes that in his way of life ਵਾਹਿਗੁਰੂ ਪਾਵਰ ਇਜ਼ ਫੰਕਸ਼ਨਿੰਗ। ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਉਹ ਕਨਸੈਪਟ ਜਿਹੜਾ ਹੈ ਉਹ ਦਿਮਾਗ ਵਿੱਚ ਆ ਜਾਂਦਾ ਹੈ ਤੇ ਹਰ ਚੀਜ਼ ਸਮਰਪਿਤ ਕਰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪੁਆਇੰਟਸ ਲਏ ਨੇ ਤੇ ਸਾਂਝ ਪਾਈ, ਕਿਉਂਕਿ ਇਹ ਅੱਜ ਧਰਮ ਨੂੰ ਜਿਹੜਾ ਅਸੀਂ ਸੈਗਰੀਗੇਟ ਕਰਤਾ ਉਸ ਕਾਰਨ ਸਮੱਸਿਆਵਾਂ ਆ ਰਹੀਆਂ ਨੇ। ਜੇ ਇਹੀ ਪੁਆਇੰਟਸ ਜਿਹੜੇ ਤੁਸੀਂ 8 ਲੈ ਕੇ ਆਏ ਹੋ ਇਹਨਾਂ 'ਚ ਅਸੀਂ ਇਹਨਾਂ ਨੂੰ ਧਰਮ ਨੂੰ ਵਿਅਕਤੀਗਤ ਤੌਰ ਦੇ ਉੱਤੇ ਲਾਗੂ ਕਰਨਾ ਸ਼ੁਰੂ ਕਰੀਏ ਤੇ ਸਮਾਜਿਕ ਤੌਰ ਤੇ ਵੀ ਇਹਦੇ ਰਿਜ਼ਲਟਸ ਆਉਣਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜੇ ਪਰਸਪੈਕਟਿਵ ਨੂੰ ਲੈ ਕੇ ਗਿਆਨੀ ਸਵਰਨ ਸਿੰਘ ਜੀ ਆਏ ਨੇ, ਇਸ ਦੀ ਬੜੀ ਅਹਿਮੀਅਤ ਹੈ। ਇਹ 8 ਪੁਆਇੰਟਸ ਜਿਹੜੇ ਸਾਡੇ ਜੀਵਨ ਦੇ ਹਨ, ਜਦੋਂ ਅਸੀਂ ਧਰਮ ਨੂੰ ਇੱਥੇ ਲਾਗੂ ਕਰਾਂਗੇ ਤਾਂ ਆਟੋਮੈਟਿਕਲੀ ਸਾਡਾ ਜੀਵਨ ਜੋ ਹੈ ਉਸ ਵਿੱਚ ਖੁਸ਼ਹਾਲੀ ਆ ਜਾਏਗੀ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਲੇਕਿਨ ਬ੍ਰੇਕ ਤੋਂ ਬਾਅਦ ਤਨਾਜ਼ ਟਰੂਥ ਟਾਕ ਔਨ ਦਾ ਹਰਪ੍ਰੀਤ ਸਿੰਘ ਸ਼ੋਅ ਵਿੱਚ ਇੱਕ ਹੋਰ ਮਹੱਤਵਪੂਰਨ ਗੱਲ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਈ ਜਾਏਗੀ। ਵੇਖਦੇ ਰਹੋ ਦਾ ਹਰਪ੍ਰੀਤ ਸਿੰਘ ਸ਼ੋਅ।